ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਦੀਪ ਕੌਰ ਆਪ ਸਾਰੇ ਦਰਸ਼ਕਾਂ ਦਾ ਇੱਕ ਬਾਣੀ ਚੈਨਲ ਉੱਤੇ ਜੀ ਆਇਆਂ ਨੂੰ ਕਰਦੀ ਹਾਂ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਭ ਤੋਂ ਪਹਿਲਾਂ ਤਾਂ ਇੱਕ ਬਾਣੀ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਬਾਣੀ ਚੈਨਲ ਦੀ ਪੂਰੀ ਟੀਮ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਆਪ ਜੀ ਨੂੰ ਗੁਰ ਇਤਿਹਾਸ ਬਾਰੇ ਵੱਧ ਤੋਂ ਵੱਧ ਜਾਣੂ ਕਰਾਇਆ ਜਾਏ। ਸੋ ਅੱਜ ਮੈਂ ਆਪ ਜੀ ਨਾਲ ਗੁਰਦੁਆਰਾ ਅੰਬ ਸਾਹਿਬ ਜੋ ਕਿ ਮੋਹਾਲੀ ਵਿਖੇ ਸਥਿਤ ਹੈ, ਉਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਸਾਂਝਾ ਕਰਨ ਜਾ ਰਹੀ ਹਾਂ। ਉੱਥੇ ਭਾਈ ਕੁਰਮ ਜੀ ਜੋ ਕਿ ਗੁਰੂ ਮਹਾਰਾਜ ਜੀ ਦੇ ਅਤ ਪ੍ਰੇਮੀ ਸਿੱਖ ਸਨ, ਉੱਥੇ ਰਹਿੰਦੇ ਸਨ ਲੰਬੀਆ ਵਿਖੇ। ਉੱਥੋਂ ਤੋਂ ਉਹਨਾਂ ਨੂੰ ਇੱਕ ਵਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮਿਲਣ ਦਾ ਬੜੀ ਤਾਂਘ ਪੈਦਾ ਹੋਈ। ਉਹਨਾਂ ਨੂੰ ਮਿਲਣ ਦੀ ਬੜੀ ਇੱਕ ਇੱਛਾ ਉਹਨਾਂ ਦੇ ਮਨ ਵਿੱਚ ਪ੍ਰਗਟ ਹੋਈ ਅਤੇ ਉਹਨਾਂ ਨੇ ਕੀ ਕੀਤਾ, ਗੁਰੂ ਮਹਾਰਾਜ ਜੀ ਨੂੰ ਮਿਲਣ ਚਲੇ ਗਏ। ਜਦੋਂ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਏ ਅਤੇ ਦਰਬਾਰ ਲੱਗਿਆ ਹੋਇਆ ਸੀ, ਉੱਥੇ ਕਾਫੀ ਦੂਰੋਂ ਸੰਗਤਾਂ ਆਈਆਂ ਹੋਈਆਂ ਸਨ ਅਤੇ ਕਈ ਸੰਗਤਾਂ ਕਾਬੁਲ ਤੋਂ ਵੀ ਆਈਆਂ ਹੋਈਆਂ ਸਨ। ਜਿਹੜੀ ਕਾਬੁਲ ਤੋਂ ਸੰਗਤਾਂ ਆਈਆਂ ਹੋਈਆਂ ਸਨ, ਉਹਨਾਂ ਨੇ ਗੁਰੂ ਮਹਾਰਾਜ ਜੀ ਨੂੰ ਅੰਬ ਜਿਹੜੇ ਹਨ ਉਹ ਭੇਟ ਕੀਤੇ। ਜਦੋਂ ਭਾਈ ਕੁਰਮ ਸਿੰਘ ਜੀ ਨੇ ਵੇਖਿਆ ਕਿ ਕਾਬੁਲ ਤੋਂ ਆਈਆਂ ਹੋਈਆਂ ਸੰਗਤਾਂ ਨੇ ਅੰਬ ਭੇਟ ਕੀਤੇ ਹਨ ਅਤੇ ਉਦੋਂ ਉਹਨਾਂ ਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਜਿਸ ਇਲਾਕੇ ਵਿੱਚ, ਜਿਸ ਪਿੰਡ ਵਿੱਚ ਮੈਂ ਰਹਿੰਦਾ ਹਾਂ, ਉਸ ਪਾਸੇ 'ਤੇ ਅੰਬਾਂ ਦੀ ਪੈਦਾਵਾਰ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਹ ਪੇਟਾ ਮੈਂ ਵੀ ਕਿਉਂ ਨਹੀਂ ਕਰ ਪਾਇਆ, ਮੇਰੇ ਮਨ ਵਿੱਚ ਐਸਾ ਖਿਆਲ ਕਿਉਂ ਨਹੀਂ ਆਇਆ। ਉਹਨਾਂ ਦਾ ਮਨ ਜਿਹੜਾ ਹੈ ਉਹ ਥੋੜ੍ਹਾ ਉਦਾਸ ਹੋ ਜਾਂਦਾ ਹੈ। ਦੀਵਾਨ ਦੀ ਸਮਾਪਤੀ ਹੁੰਦੀ ਹੈ। ਉਸ ਵੇਲੇ ਜਦੋਂ ਵੀ ਮਹਾਰਾਜ ਜੀ ਨੂੰ ਕੁਛ ਵੀ ਜਿਹੜਾ ਚੜਾਵਾ ਆਉਂਦਾ ਹੁੰਦਾ ਸੀ, ਉਹ ਹਮੇਸ਼ਾ ਸੰਗਤ ਵਿੱਚ ਵੰਡਿਆ ਜਾਂਦਾ ਸੀ ਅਤੇ ਜਿਹੜੇ ਅੰਬ ਕਾਬੁਲ ਤੋਂ ਸੰਗਤ ਲੈ ਕੇ ਆਈ ਸੀ, ਉਹਨਾਂ ਨੇ ਵੀ ਕੀ ਕੀਤਾ, ਬਾਅਦ ਵਿੱਚ ਦੀਵਾਨ ਦੀ ਸਮਾਪਤੀ ਬਾਅਦ ਸਾਰੀ ਸੰਗਤਾਂ ਨੂੰ ਜਿਹੜੇ ਹਨ ਉਹਨਾਂ ਨੂੰ ਅੰਬ ਵੰਡੇ ਗਏ। ਅੰਬ ਦਾ ਪ੍ਰਸ਼ਾਦ ਜਿਹੜਾ ਹੈ ਉਹ ਉਹਨਾਂ ਨੂੰ ਵੰਡਿਆ ਗਿਆ ਅਤੇ ਭਾਈ ਜੀ ਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਮੈਂ ਉਹਨਾਂ ਨੂੰ, ਗੁਰੂ ਮਹਾਰਾਜ ਜੀ ਨੂੰ ਅੰਬ ਤਾਂ ਭੇਟ ਕਰ ਨਹੀਂ ਸਕਿਆ, ਪਤਾ ਨਹੀਂ ਮੇਰੇ ਮਨ ਵਿੱਚ ਖਿਆਲ ਕੀ ਨਹੀਂ ਆਇਆ, ਲੇਕਿਨ ਮੈਂ ਇੱਕ ਕੰਮ ਜ਼ਰੂਰ ਕਰ ਸਕਦਾ ਕਿ ਜਿਹੜਾ ਇਹ ਅੰਬ ਹੈ ਮੈਂ ਇਹ ਕਿਉਂ ਨਾ ਮਹਾਰਾਜ ਜੀ ਨੂੰ ਭੇਟ ਕਰਦਾ। ਦੀਵਾਨ ਦੀ ਸਮਾਪਤੀ ਹੋ ਚੁੱਕੀ ਸੀ, ਸਾਰੇ ਪ੍ਰਸ਼ਾਦ ਲੈ ਕੇ ਜਾ ਚੁੱਕੇ ਸਨ ਅਤੇ ਉਸ ਵੇਲੇ ਉਹਨਾਂ ਨੇ ਲੰਗਰ ਪਾਣੀ ਛਕਿਆ ਅਤੇ ਵਿਸ਼ਰਾਮ ਕੀਤਾ। ਉਹਨਾਂ ਨੇ ਰਾਤ ਗੁਜ਼ਰੀ, ਸਵੇਰੇ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਨਿਤਨੇਮ ਕੀਤਾ, ਤਿਆਰ ਬਰ ਤਿਆਰ ਹੋਏ ਅਤੇ ਅੰਬ ਨੂੰ ਵੀ ਧੋ ਕੇ ਜਦੋਂ ਦੀਵਾਨ ਸਜਿਆ ਅਤੇ ਗੁਰੂ ਮਹਾਰਾਜ ਜੀ ਅੱਗੇ ਉਹਨਾਂ ਨੇ ਅੰਬ ਭੇਟ ਕਰ ਦਿੱਤੇ ਅਤੇ ਗੁਰੂ ਮਹਾਰਾਜ ਜੀ ਜਾਣੀ ਜਾਣ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਰਮਾਤਮਾ ਸਭ ਜਾਣਦੇ ਨੇ। ਗੁਰੂ ਮਹਾਰਾਜ ਜੀ ਹਰ ਇੱਕ ਇਨਸਾਨ ਦੇ ਮਨ ਵਿੱਚ ਕੀ ਚੱਲਦਾ ਪਿਆ, ਉਸ ਪਰਮਾਤਮਾ ਨੂੰ ਸਭ ਕੁਝ ਪਤਾ ਹੁੰਦਾ ਹੈ ਅਤੇ ਗੁਰੂ ਮਹਾਰਾਜ ਜੀ ਨੂੰ ਇਹ ਗੱਲ ਵੀ ਪਤਾ ਸੀ ਅਤੇ ਗੁਰੂ ਮਹਾਰਾਜ ਜੀ ਨੇ ਬੜੇ ਪਿਆਰ ਨਾਲ ਭਾਈ ਜੀ ਨੂੰ ਬੋਲਿਆ, ਸਿੱਖਾ ਕਿ ਇਹ ਜਿਹੜਾ ਅੰਬ ਤੁਸੀਂ ਮੈਨੂੰ ਭੇਂਟ ਕਰ ਰਹੇ ਹੋ, ਇਹ ਤਾਂ ਅੰਬ ਇਹ ਕੱਲ੍ਹ ਪ੍ਰਸ਼ਾਦ ਦੀ ਤੌਰ 'ਤੇ ਤੁਹਾਨੂੰ ਦਿੱਤਾ ਗਿਆ ਸੀ ਅਤੇ ਅੱਜ ਤੁਸੀਂ ਮੈਨੂੰ ਭੇਂਟ ਕਰਦੇ ਪਏ ਹੋ। ਅਤੇ ਗੁਰੂ ਮਹਾਰਾਜ ਜੀ ਨੇ ਜਦੋਂ ਇਹ ਗੱਲ ਕਹੀ ਅਤੇ ਭਾਈ ਜੀ ਨੇ ਉਹਨਾਂ ਨੂੰ ਕਿਹਾ ਕਿ ਮਹਾਰਾਜ ਜੀ, ਮੇਰੇ ਮਨ ਵਿੱਚ ਇੱਕ ਗੱਲ ਸੀ, ਜਦੋਂ ਮੈਂ ਦੇਖਿਆ ਕਿ ਕਾਬੁਲ ਦੀ ਸੰਗਤਾਂ ਭੇਟ ਕਰਦੀ ਪਈ ਹਨ, ਅੰਬ ਭੇਂਟ ਕਰਦੀ ਪਈ ਹਨ, ਅਤੇ ਉਸ ਵੇਲੇ ਮੈਂ ਤੁਹਾਨੂੰ ਆਪਣੇ ਉੱਥੇ ਦਾ ਜਿਹੜੇ ਅੰਬ ਹਨ, ਕਿਉਂਕਿ ਸਾਡੇ ਦੇਸ਼ ਵਿੱਚ, ਸਾਡੇ ਪਿੰਡ ਵਿੱਚ ਅੰਬ ਬਹੁਤ ਜ਼ਿਆਦਾ ਲੱਗਦੇ ਨੇ, ਉਸਦੀ ਪੈਦਾਵਾਰ ਬੜੀ ਹੁੰਦੀ ਹੈ ਅਤੇ ਮੈਂ ਤੁਹਾਨੂੰ ਉਹ ਭੇਟ ਨਹੀਂ ਕਰ ਪਾਇਆ, ਉਸ ਕਰਕੇ ਮੇਰੇ ਮਨ ਵਿੱਚ ਇੱਕ ਮਲਾਲ ਜਿਹਾ ਹੈ
ਤੇ ਇਸ ਕਰਕੇ ਮੈਂ ਕੀ ਕੀਤਾ, ਜਿਹੜਾ ਉਹ ਮੈਨੂੰ ਪ੍ਰਸ਼ਾਦ ਮਿਲਿਆ ਸੀ ਮੈਂ ਉਹੀ ਪ੍ਰਸ਼ਾਦ ਆ ਕੇ ਆਪ ਜੀ ਨੂੰ ਦਿੱਤਾ ਤੇ ਮਹਾਰਾਜ ਜੀ ਮੁਸਕਰਾਏ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਮਨ ਦੀ ਭਾਵਨਾ ਜਿਹੜੀ ਹੈ ਮੈਂ ਸਮਝਦਾ ਹਾਂ ਕਿ ਤੁਹਾਡੀ ਕੀ ਭਾਵਨਾ ਹੈ ਇਸ ਦੇ ਪ੍ਰਤੀ, ਮੈਂ ਉਸ ਚੀਜ਼ ਨੂੰ ਸਮਝਦਾ ਹਾਂ ਤੇ ਤੁਸੀਂ ਇਸ ਗੱਲ ਦੀ ਬਿਲਕੁਲ ਫਿਕਰ ਨਾ ਕਰੋ। 6ਵੇਂ ਜਾਮੇ ਵਿੱਚ ਅਸੀਂ ਤੁਹਾਡੇ ਕੋਲ ਆਪ ਆਵਾਂਗੇ, ਆਪ ਉੱਥੇ ਆ ਕੇ ਤੇ ਅੰਬ ਵੀ ਛਕਾਂਗੇ। ਸਮਾਂ ਬੀਤਦਾ ਗਿਆ ਹੈ, ਵਿਸ਼ਵਾਸ ਦੀ ਗੱਲ ਹੈ ਨਾ। 6ਵੇਂ ਜਾਮੇ ਵਿੱਚ ਗੁਰੂ ਮਹਾਰਾਜ ਜੀ ਨੇ ਆਉਣਾ ਸੀ ਤੇ ਉਹਨਾਂ ਦਾ ਵੀ ਅਟੂਟ ਵਿਸ਼ਵਾਸ ਸੀ ਕਿ ਹਾਂ ਗੁਰੂ ਮਹਾਰਾਜ ਜੀ ਆਣਗੇ। ਸਾਰੀ ਜ਼ਿੰਦਗੀ ਉਹਨਾਂ ਨੇ ਉਹਨਾਂ ਦੀ ਇੰਤਜ਼ਾਰ ਵਿੱਚ ਬਤੀਤ ਕੀਤੀ। ਸਮਾਂ ਜਿਸ ਤਰ੍ਹਾਂ ਲੰਘਦਾ ਗਿਆ, ਸਰੀਰ ਵੀ ਪਤਾ ਹੈ ਸਮੇਂ ਵਾਂਗ ਚੱਲਦਾ ਹੈ, ਬਜ਼ੁਰਗੀ ਆਂਦੀ ਗਈ, ਬੁੱਢਾ ਸਰੀਰ ਹੁੰਦਾ ਗਿਆ। ਜਦੋਂ 6ਵੇਂ ਜਾਮੇ ਵਿੱਚ ਗੁਰੂ ਮਹਾਰਾਜ ਜੀ ਉਸ ਸਥਾਨ ਤੇ ਪੁੱਜੇ ਤਾਂ ਕਿਸੇ ਤੋਂ ਉਹਨਾਂ ਨੇ ਪੁੱਛਿਆ ਕਿ ਭਾਈ ਕੁਰਮ ਜੀ ਕਿੱਥੇ ਹਨ, ਤੇ ਭਾਈ ਕੁਰਮ ਜੀ ਹਮੇਸ਼ਾ ਬਾਗ, ਜਿਹੜੇ ਉਹਨਾਂ ਦੇ ਕੋਲ ਬਾਗ ਸਨ, ਉੱਥੇ ਬੈਠ ਕੇ ਉਹ ਹਮੇਸ਼ਾ ਇੰਤਜ਼ਾਰ ਕਰਦੇ ਰਹਿੰਦੇ ਸਨ ਕਿ ਗੁਰੂ ਮਹਾਰਾਜ ਜੀ ਪਤਾ ਨਹੀਂ ਕਦੋਂ ਆ ਜਾਣ ਤੇ ਮੈਂ ਇੰਤਜ਼ਾਰ ਕਰਾਂਗਾ। ਉਹ ਹਮੇਸ਼ਾ ਉਸ ਬਾਗ ਦੇ ਵਿੱਚ ਬੈਠ ਕੇ ਨਿਤਨੇਮ ਕਰਦੇ, ਜਪ ਤਪ ਜਿਹੜਾ ਆਪਣਾ ਕਰਦੇ ਸਨ, ਸਿਮਰਨ ਪ੍ਰਭੂ ਦੀ ਭਗਤੀ, ਉਹ ਉੱਥੇ ਹੀ ਬੈਠ ਕੇ ਕਰਦੇ ਸਨ। ਤੇ ਜਦੋਂ ਮਹਾਰਾਜ ਜੀ ਆਪਣੇ ਸਿੱਖਾਂ ਨਾਲ ਉੱਥੇ ਪਹੁੰਚੇ ਤੇ ਭਾਈ ਕੁਰਮ ਜੀ ਨੂੰ ਉਹਨਾਂ ਨੇ ਕਿਹਾ ਕਿ ਭਾਈ ਜੀ ਹੁਣ ਅੰਬ ਛਕਾ ਦਿਓ। ਤੇ ਉਸ ਵੇਲੇ ਭਾਈ ਜੀ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਮੈਨੂੰ क्षमा ਦਿਓ, ਇਸ ਟਾਈਮ ਤੇ ਅੰਬ ਦੀ ਪੈਦਾਵਾਰ ਹੁੰਦੀ ਹੀ ਨਹੀਂ ਹੈ ਕਿਉਂਕਿ ਸਿਆਲ ਦਾ ਮੌਸਮ ਹੈ ਤੇ ਸਿਆਲ ਦੇ ਮੌਸਮ ਵਿੱਚ ਅੰਬ ਦੀ ਪੈਦਾਵਾਰ ਨਹੀਂ ਹੁੰਦੀ ਤੇ ਮੈਂ ਆਪ ਜੀ ਨੂੰ ਅੰਬ ਕਿਵੇਂ ਛਕਾਵਾਂ, ਮੈਨੂੰ ਤੁਸੀਂ क्षमा ਕਰੋ। ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਤੁਸੀਂ ਪਰੇਸ਼ਾਨ ਕਿਉਂ ਹੁੰਦੇ ਹੋ, ਤੁਸੀਂ ਜ਼ਰਾ ਉੱਪਰ, ਕਿਉਂਕਿ ਉਹਨਾਂ ਦੀ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਬਜ਼ੁਰਗੀਅਤ ਆਉਣ ਵਿੱਚ ਜਦੋਂ ਆਉਂਦੀ ਹੈ ਤੇ ਸਾਡੇ ਕਈ ਸਰੀਰਿਕ ਅੰਗ ਹਨ ਜਿਨ੍ਹਾਂ ਦੇ ਕੰਮ ਕਰਨਾ ਮਤਲਬ ਸਹੀ ਤਰੀਕੇ ਨਾਲ ਕੰਮ ਕਰਨਾ ਬੰਦ ਹੋ ਜਾਂਦੇ ਨੇ, ਜਿੱਦਾਂ ਕੰਨ ਤੋਂ ਸੁਣਨਾ ਘੱਟ ਹੋ ਜਾਂਦਾ ਹੈ, ਰੋਸ਼ਨੀ ਸਾਡੀ ਘੱਟ ਹੋ ਜਾਂਦੀ ਹੈ, ਸਰੀਰ ਦੇ ਅੰਗ ਜਿਹੜੇ ਚੱਲਣੇ ਸ਼ੁਰੂ ਘੱਟ ਹੋ ਜਾਂਦੇ ਨੇ ਨਾ। ਤੇ ਉਸ ਤਰ੍ਹਾਂ ਹੀ ਉਹਨਾਂ ਦੀ ਜਿਹੜੀ ਅੱਖਾਂ ਦੀ ਰੋਸ਼ਨੀ ਸੀ ਉਹ ਵੀ ਘੱਟ ਗਈ ਸੀ ਤੇ ਗੁਰੂ ਮਹਾਰਾਜ ਜੀ ਬੜੇ ਪਿਆਰ ਨਾਲ ਉਹਨਾਂ ਨੂੰ ਕਹਿੰਦੇ, ਭਾਈ ਜੀ ਜ਼ਰਾ ਉੱਪਰ ਧਿਆਨ ਨਾਲ ਝਾਤ ਮਾਰ ਕੇ ਵੇਖੋ ਕਿ ਅੰਬ ਦੇ ਲੱਗੇ ਦੇ ਨੇ ਤੇ ਤੁਸੀਂ ਕਹਿੰਦੇ ਹੋ ਅੰਬ ਨਹੀਂ ਲੱਗੇ ਦੇ। ਤੇ ਜਦੋਂ ਉਹ ਧਿਆਨ ਨਾਲ ਝਾਤ ਮਾਰ ਕੇ ਜਿੱਥੇ ਮਹਾਰਾਜ ਜੀ ਖੜੇ ਸਨ ਉੱਥੇ ਉੱਪਰ ਝਾਤ ਮਾਰ ਕੇ ਵੇਖਦੇ ਤੇ ਉਹ ਦੇਖਦੇ ਨੇ ਕਿ ਉੱਪਰ ਤੇ ਅੰਬ ਲੱਗੇ ਦੇ ਤੇ ਬੜਾ ਇੱਕ ਕੌਤਕ ਵਰਤਦਾ ਹੈ ਕਿ ਇਸ ਵਕਤ ਵੀ ਅੰਬ ਲੱਗੇ ਨੇ। ਤੇ ਗੁਰੂ ਮਹਾਰਾਜ ਜੀ ਦੇ ਉਹ ਚਰਨੀ ਪੈਂਦੇ ਨੇ ਤੇ ਗੁਰੂ ਮਹਾਰਾਜ ਜੀ ਉਹਨਾਂ ਨੂੰ ਚੁੱਕਦੇ ਨੇ ਤੇ ਆਪਣੀ ਗਲਵਕੜੀ ਵਿੱਚ ਲੈਂਦੇ। ਤੇ ਉਸ ਤੋਂ ਬਾਅਦ ਭਾਈ ਕੁਰਮ ਜੀ ਅੰਬ ਤੋੜ ਕੇ ਗੁਰੂ ਮਹਾਰਾਜ ਜੀ ਨੂੰ ਵੀ ਛਕਾਉਂਦੇ ਨੇ ਤੇ ਆਈ ਹੋਈ ਉਹਨਾਂ ਦੇ ਨਾਲ ਜਿਹੜੀ ਸਿੱਖ ਫੌਜਾਂ ਸਨ ਉਹਨਾਂ ਨੂੰ ਵੀ ਜਿਹੜਾ ਅੰਬ ਦਾ ਲੰਗਰ ਪ੍ਰਸ਼ਾਦ ਜਿਹੜਾ ਉਹ ਛਕਾਉਂਦੇ ਨੇ। ਤੇ ਅੱਜ ਵੀ ਇੱਥੇ ਦੂਰ ਦਰਾਜ਼ੋਂ ਲੋਕ ਇੱਥੇ ਸ਼ਰਧਾ ਭਾਵਨਾ ਨਾਲ ਇੱਥੇ ਆਉਂਦੇ। ਤੇ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਵਾਂ, ਭਾਵੇਂ ਹੁਣ ਉਹ ਜਿਹੜਾ ਅੰਬ ਦਾ ਬੂਟਾ ਸੀ ਹੁਣ ਉਹ ਵਿਰਧ ਹੋ ਚੁੱਕਿਆ ਹੈ, ਉਸ 'ਤੇ ਹਾਲੇ ਇੰਨੇ ਅੰਬ ਨਹੀਂ ਲੱਗਦੇ, ਲੇਕਿਨ ਉੱਥੇ ਹੋਰ ਅੰਬ ਦੇ ਬੂਟੇ ਲਗਾਏ ਗਏ ਜਿੱਥੇ ਉਹਨਾਂ ਬੂਟਿਆਂ ਵਿੱਚੋਂ ਹਰ ਸਿਆਲ ਵਿੱਚ ਕਿਸੇ ਨਾ ਕਿਸੇ ਇੱਕ ਬੂਟੇ 'ਤੇ ਅੰਬ ਜ਼ਰੂਰ ਲੱਗਦਾ ਹੈ। ਤੇ ਮਹਾਰਾਜ ਜੀ ਦਾ ਜਿਹੜੀ ਕਿਰਪਾ ਹੈ ਹਾਲੇ ਵੀ ਉੱਥੇ ਹੈ ਤੇ ਦੂਰ ਦਰਾਜ਼ੋਂ ਸੰਗਤਾਂ ਦਾ ਲੰਗਰ ਦਾ ਪ੍ਰਬੰਧ ਉੱਥੇ ਹੈ, ਰਿਹਾਇਸ਼ ਦਾ ਪ੍ਰਬੰਧ ਉੱਥੇ ਹੈ ਤੇ ਦੂਰ ਦਰਾਜ਼ੋਂ ਲੋਕ ਇੱਥੇ ਸ਼ਰਧਾ ਭਾਵਨਾ ਨਾਲ ਆਉਂਦੇ ਨੇ। ਸੋ ਵੇਲਾ ਹੋ ਗਿਆ ਹੈ, ਹੁਣ ਆਪ ਸਾਰਿਆਂ ਤੋਂ ਇਜਾਜ਼ਤ ਲੈਣ ਦਾ, ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।